ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਾਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਤੇ। ਕੈਨੇਡੀਅਨ ਅਦਾਕਾਰ ਨਿਕ ਕਾਰਡੋਰੇ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ, ਪਤਨੀ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਕੀਤੀ ਪੁਸ਼ਟੀ। ਅਮਰੀਕਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਝਟਕਾ, ਅਮਰੀਕਾ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਤੇ ਕਰ ਰਿਹਾ ਵਿਚਾਰ, ਆਨਲਾਈਨ ਕਲਾਸਾਂ ਲਾਉਣ ਵਾਲੇ ਵਿਦਿਆਰਥੀਆਂ ਤੋਂ ਵੀਜ਼ਾ ਵਾਪਸ ਲੈਣ ਦਾ ਐਲਾਨ। ਅਮਰੀਕਾ ਵਿੱਚ ਕੋਰੋਨਾ ਦੇ ਕਾਰਨ ਮੌਤਾਂ ਦੀ ਗਿਣਤੀ 1,32,000 ਤੋਂ ਪਾਰ, ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਦੂਸਰੇ ਨੰਬਰ ਤੇ ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਵੀ ਚੈਰਿਟੀ ਦੇ $900 ਮਿਲੀਅਨ ਦੇ ਫੈਡਰਲ ਪ੍ਰੋਗਰਾਮ ਨੂੰ ਮੈਨੇਜ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭਾਵੇਂ ਇਸ ਚੈਰਿਟੀ ਨਾਲ ਹੋਈ ਡੀਲ ਨੂੰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ, ਪਰ ਇਸ ਚੈਰਿਟੀ ਨਾਲ ਸਬੰਧ ਹੋਣ ਦੇ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਨੇ। ਇਸ ਫੈਡਰਲ ਪ੍ਰੋਗਰਾਮ ਦੇ ਤਹਿਤ ਗਰਮੀਆਂ ਵਿੱਚ ਵਲੰਟੀਅਰ ਵਰਕ ਕਰਨ ਦੇ ਬਦਲੇ ਵਿਦਿਆਰਥੀਆਂ ਤੇ ਗ੍ਰੈਜੂਏਸ਼ਨ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿੱਤੀ ਮਦਦ ਦਿੱਤੀ ਜਾਣੀ ਸੀ। ਪ੍ਰਧਾਨ ਮੰਤਰੀ ਆਫਿਸ ਤੋਂ ਤਰਜਮਾਨ ਚੈਂਟਲ ਗੈਗਨੌਨ ਨੇ ਕਿਹਾ ਹੈ ਕਿ ਜਸਟਿਨ ਟਰੂਡੋ ਵੱਲੋਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ। ਕਈ ਦਿਨ ਵਿਵਾਦ ਵਿੱਚ ਰਹਿਣ ਤੋਂ ਬਾਅਦ ਭਾਵੇਂ ਇਸ ਚੈਰਿਟੀ ਨੇ ਪ੍ਰੋਗਰਾਮ ਦੀ ਮੈਨੇਜਮੈਂਟ ਤੋਂ ਕਿਨਾਰਾ ਕਰ ਲਿਆ ਹੈ, ਪਰ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਨੇ ਕਿਹਾ ਹੈ ਕਿ ਕੰਜ਼ਰਵੇਟਿਵ ਐਮਪੀ ਮਾਈਕਲ ਬੈਰਟ ਵੱਲੋਂ ਕੌਨਫਲਿਕਟ ਆਫ ਇੰਟਰਸਟ ਐਕਟ ਦੇ ਤਹਿਤ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਬੈਰਟ ਦੇ ਵੱਲੋਂ ਵੀ ਦੋਸ਼ ਲਾਇਆ ਗਿਆ ਸੀ ਕਿ ਟਰੂਡੋ ਨੇ ਐਕਟ ਵਿਚਲੇ ਪ੍ਰਾਵਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਦੇ ਵੀ ਚੈਰਿਟੀ ਨਾਲ ਨੇੜਲੇ ਸੰਬੰਧ ਨੇ। ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਨੂੰ ਮੈਨੇਜ ਕਰਨ ਬਾਰੇ ਜਦੋਂ ਵੀ ਚੈਰਿਟੀ ਨੂੰ ਮੋਹਰੇ ਕੀਤਾ ਗਿਆ ਤਾਂ ਟਰੂਡੋ ਵੱਲੋਂ ਐਕਟ ਦੀ ਉਲੰਘਣਾ ਕੀਤੀ ਗਈ ਹੈ। ਬੈਰਟ ਨੇ ਇਹ ਵੀ ਦੋਸ਼ ਲਾਇਆ ਹੈ ਕਿ ਟਰੂਡੋ ਨੇ ਇਸ ਐਕਟ ਦੀ ਇੱਕ ਹੋਰ ਉਲੰਘਣਾ ਉਦੋਂ ਕੀਤੀ ਜਦੋਂ ਉਹਨਾਂ ਕਿਹਾ ਸੀ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਦੇ ਸਿਰਫ ਵੀ ਆਰਗੇਨਾਈਜੇਸ਼ਨ ਹੀ ਯੋਗ ਹੈ, ਜਦਕਿ ਹੋਰ ਨੈਸ਼ਨਲ ਵਲੰਟੀਅਰ ਆਰਗੇਨਾਈਜੇਸ਼ਨਸ ਵੀ ਨੇ ਜਿਹੜੀਆਂ ਕਿ ਇਸ ਪ੍ਰੋਗਰਾਮ ਨੂੰ ਚਲਾ ਸਕਦੀਆਂ ਸਨ। ਕੈਨੇਡੀਅਨ ਅਦਾਕਾਰ ਨਿਕ ਕਾਰਡੋਰੇ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਉਹ 1 ਮਹੀਨੇ ਤੋਂ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਸਨ। ਅਦਾਕਾਰ ਨਿਕ ਦੀ ਉਮਰ 41 ਸਾਲ ਸੀ। ਉਹਨਾਂ ਦੀ ਪਤਨੀ ਅਮਾਂਡਾ ਕਲੋਟਸ ਨੇ ਰਾਤ ਨੂੰ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਅਦਾਕਾਰ ਨਿਕ ਕਾਰਡੋਰੇ ਦੀ ਮੌਤ ਦੀ ਪੁਸ਼ਟੀ ਕੀਤੀ। ਦੱਸ ਦਈਏ ਕਿ ਨਿਕ ਮਾਰਚ ਦੇ ਅਖੀਰ ਵਿੱਚ ਹਸਪਤਾਲ ਵਿੱਚ ਦਾਖਲ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਲੜਦੇ ਹੋਏ ਉਹਨਾਂ ਦਾ ਪੈਰ ਵੀ ਕੱਟਿਆ ਗਿਆ ਸੀ। ਕੋਰੋਨਾ ਮਹਾਮਾਰੀ ਦੇ ਚੱਲਦੇ ਅਮਰੀਕਾ ਇਸ ਸਮੇਂ ਸਭ ਤੋਂ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 1,32,000 ਤੋਂ ਪਾਰ ਹੋ ਗਈ ਹੈ ਅਤੇ ਇਸ ਦਾ ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਕਾਰਨ ਮੌਤਾਂ ਦਾ ਅੰਕੜਾ ਬ੍ਰਾਜ਼ੀਲ ਤੋਂ ਦੁੱਗਣਾ ਹੋ ਗਿਆ ਹੈ। ਅਮਰੀਕਾ ਤੋਂ ਬਾਅਦ ਦੂਜਾ ਨੰਬਰ ਬ੍ਰਾਜ਼ੀਲ ਦਾ ਆਉਂਦਾ ਹੈ, ਜਿੱਥੇ ਕੋਰੋਨਾ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ। ਕੋਰੋਨਾ ਵਾਇਰਸ ਅਮਰੀਕਾ ਦੇ ਕਈ ਰਾਜਾਂ ਵਿੱਚ ਵੀ ਫੈਲ ਚੁੱਕਾ ਹੈ, ਜਿਸ ਵਿੱਚ ਨਿਊਯਾਰਕ, ਕੈਲੀਫੋਰਨੀਆ, ਟੈਕਸਾਸ, ਫਲੋਰੀਡਾ ਆਦਿ ਪ੍ਰਮੁੱਖ ਸ਼ਹਿਰ ਨੇ, ਜਿੱਥੇ ਕੋਰੋਨਾ ਦੇ ਕੇਸ ਸਭ ਤੋਂ ਵੱਧ ਨੇ ਅਤੇ ਨਿਊਯਾਰਕ ਵਿੱਚ ਵੀ ਸਭ ਤੋਂ ਜ਼ਿਆਦਾ ਕੇਸ ਨੇ। ਕੋਵਿਡ-19 ਦੇ 4 ਮਹੀਨਿਆਂ ਬਾਅਦ ਫੈਡਰਲ ਸਰਕਾਰ ਕੈਨੇਡੀਅਨਜ਼ ਨੂੰ ਦੇਸ਼ ਦੀ ਵਿੱਤੀ ਸਹਾਇਤਾ ਬਾਰੇ ਜਾਣੂ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਤੇ ਅਜਿਹੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਆਪਣੀਆਂ ਮੰਗਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਮਾਰਚ ਵਿੱਚ ਸ਼ੁਰੂ ਹੋਈ ਮਹਾਮਾਰੀ ਤੋਂ ਬਾਅਦ ਪੇਸ਼ ਕੀਤੀ ਜਾਣ ਵਾਲੀ ਵਿੱਤੀ ਰਿਪੋਰਟ ਦੇਸ਼ ਦੀ ਆਰਥਿਕ ਅਤੇ ਵਿੱਤੀ ਸਥਿਤੀ ਸੰਬੰਧੀ ਪਹਿਲਾ ਜਨਤਕ ਮੁਲਾਂਕਣ ਹੋਵੇਗੀ। ਇਸ ਮਹਾਮਾਰੀ ਦੌਰਾਨ ਪ੍ਰੋਵਿੰਸਾਂ ਨੂੰ ਜਿੱਥੇ ਲਾਕਡਾਊਨ ਕਰਨਾ ਪਿਆ, ਉੱਥੇ ਹੀ ਲਿਬਰਲ ਸਰਕਾਰ ਨੂੰ $ਬਿਲੀਅਨ ਮਦਦ ਦੇ ਰੂਪ ਵਿੱਚ ਜਾਰੀ ਕਰਨੇ ਪਏ। ਇਸ ਰਿਪੋਰਟ ਨਾਲ ਇਹ ਅੰਦਾਜ਼ਾ ਵੀ ਹੋ ਜਾਵੇਗਾ ਕਿ ਸਰਕਾਰ ਬਾਕੀ ਦੇ ਵਿੱਤੀ ਵਰ੍ਹੇ ਦੀ ਯੋਜਨਾਬੰਦੀ ਕਿਸ ਤਰ੍ਹਾਂ ਕਰਦੀ ਹੈ। ਇਸ ਵਿੱਚ ਸੰਭਾਵੀ ਘਾਟੇ ਦਾ ਵੇਰਵਾ ਪੇਸ਼ ਕੀਤੇ ਜਾਣ ਦੀ ਵੀ ਸੰਭਾਵਨਾ ਹੈ, ਪਰ ਕੰਜ਼ਰਵੇਟਿਵਜ਼ ਅਤੇ ਐਨਡੀਪੀ ਨੇ ਐਤਵਾਰ ਨੂੰ ਸਪਸ਼ਟ ਕੀਤਾ ਸੀ ਕਿ ਉਹਨਾਂ ਨੂੰ ਸਿਰਫ ਅੰਕੜੇ ਨਹੀਂ ਚਾਹੀਦੇ, ਉਹ ਐਕਸ਼ਨ ਚਾਹੁੰਦੇ ਨੇ। ਕੰਜ਼ਰਵੇਟਿਵ ਪਾਰਟੀ ਦੇ ਆਰਥਿਕ ਨੀਤੀ ਘੜਤਾ ਪੋਇਲੀਵਰ ਨੇ ਦੋਸ਼ ਲਾਇਆ ਹੈ ਕਿ ਸਰਕਾਰ ਆਰਥਿਕ ਘਾਟਾ ਅਤੇ ਹੋਰ ਵਿੱਤੀ ਗੜਬੜੀਆਂ ਨੂੰ ਛੁਪਾਉਣਾ ਚਾਹੁੰਦੀ ਹੈ। ਇਸ ਦੇ ਲਈ ਸਰਕਾਰੀ ਖਰਚ ਦੀ ਜਾਂਚ ਲਈ $11 ਮਿਲੀਅਨ ਵੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਆਡੀਟਰ ਜਨਰਲ ਆਫਿਸ 10 ਸਾਲ ਪਹਿਲਾਂ ਹਾਰਪਰ ਸਰਕਾਰ ਵਿੱਚ $250 ਮਿਲੀਅਨ ਨਾਲ 24 ਇਨਕੁਆਇਰੀਜ਼ ਕਰ ਰਿਹਾ ਸੀ, ਪਰ ਮੌਜੂਦਾ ਸਮੇਂ ਵਿੱਚ $500 ਮਿਲੀਅਨ ਨਾਲ ਸਿਰਫ 14 ਇਨਕੁਆਇਰੀਜ਼। ਕੰਜ਼ਰਵੇਟਿਵ ਆਗੂ ਪੋਇਲੀਵਰ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਕੁਝ ਵੀ ਗਲਤ ਨਹੀਂ ਕੀਤਾ ਤਾਂ ਉਹ ਆਡੀਟਰ ਜਨਰਲ ਆਫਿਸ ਨੂੰ ਪੂਰੇ ਫੰਡ ਮੁਹੱਈਆ ਕਰਵਾਉਣ। Need the government to tell us next week how big is the deficit, how big is the debt, stop hiding the mess. 2, the Auditor General has been deprived of at least $11 million of necessary funding in order to examine the government's spending. 10 years ago, the Auditor General's office was doing 28 audits a year of the then $250 billion federal budget. Now, the Auditor General's office can only afford to do 14 audits a year of the $500 billion budget. In other words, we have twice the spending and half the audits, which equals 1/4 of the accountability.
We all know that the government has been forcing public servants to send out CERB checks to, even in cases where fraud is flagged. Prisoners have received the checks at their jailhouses. This week, we saw the Prime Minister have to back down after he was caught trying to give $1 billion to a Trudeau-linked charity without allowing competition and openness from other organizations to deliver this same program. And then there's the infrastructure program, $180 billion program. The government says it has funded over 50,000 projects, but only has a list for about 30,000. In other words, there are 20,000 mysterious missing projects with no description, no budget, no location, no nothing. They've vanished into thin air, and only the Auditor General can find them. So our second demand is that the government provide full funding to the Auditor General so that she can get to the bottom of all of this wasteful spending. We need the government to tell us next week, how big is the deficit? How big is the debt? Stop hiding the mess. 2, the Auditor General has been deprived of at least $11 million of necessary funding in order to examine the government's spending. 10 years ago, the Auditor General's office was doing 28 audits a year of the then $250 billion federal budget. Now, the Auditor General's office can only afford to do 14 audits a year of the $500 billion budget. In other words, we have twice the spending and half the audits, which equals 1/4 of the accountability. We all know that the government has been forcing public servants to send out CERB checks to, even in cases where fraud is flagged. Prisoners have received the checks at their jailhouses. This week, we saw the Prime Minister have to back down after he was caught trying to give $1 billion to a Trudeau-linked charity without allowing competition and openness from other organizations to deliver this same program. And then there's the infrastructure program, $180 billion program. The government says it has funded over 50,000 projects, but only has a list for about 30,000. In other words, there are 20,000 mysterious missing projects with no description, no budget, no location, no nothing. They've vanished into thin air, and only the Auditor General can find them. So our second demand is that the government provide full funding to the Auditor General so that she can get to the bottom of all of this wasteful spending. If the government has nothing to hide, it will properly fund an Auditor General to look into how every single dollar was spent. Secondly, the COVID-19 programs are already proving to be mismanaged. The government, senior bureaucrats over at the Employment and Social Development Department have courageously blown the whistle and said that they have been forced to pay out $2,000 checks even in cases where they suspect the applicant is committing fraud. We know prisoners have received the check at their jailhouses. There is no reason why the government should fear having that expenditure audited. In fact, Parliament has required the Auditor General conduct an audit of all expenditures that the government has undertaken in response to COVID-19. But according to the outgoing Auditor General, Mr. Ricard, the government, his office was over $10 million short of funding to do his job. According to the new Auditor General, that shortage will be even larger now that the workload has increased. Now, let's put this into perspective. This government is spending over $500 billion this year. Do you know that works out to about $1 million a minute? So in 10 minutes, the Auditor General could make up the funding, in 10 minutes, the government could make up the shortfall that the Auditor General says exists in her office budget. So that's why today I will go to the Finance Committee and demand that, through a motion, that the government provide the new Auditor General with all the funding she says she needs in order to audit the government's spending and tell us where all the money has gone. I know that the opposition parties will support this move, and I hope that this will be a unanimous motion, that all members, even on the government side, in the interests of accountability, will support the motion and let us hold the government accountable for the unprecedented level of government spending that is flowing out of Ottawa
in the middle of these extraordinary days. The accountability demands it. Canadians deserve it. And we are going to make sure that it happens. ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਅਮਰੀਕਾ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਤੇ ਵਿਚਾਰ ਕਰ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਨੇ ਅਜਿਹੇ ਵਿਦਿਆਰਥੀਆਂ ਤੋਂ ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਦੀ ਕਲਾਸ ਕੋਰੋਨਾ ਦੇ ਕਾਰਨ ਆਨਲਾਈਨ ਮਾਡਲ ਤੇ ਹੋ ਰਹੀ ਹੈ। ਇੱਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਾਨ ਇਮੀਗ੍ਰੇਟਸ ਗੈਰ ਪ੍ਰਵਾਸੀ F1 ਅਤੇ M1 ਵਿਦਿਆਰਥੀਆਂ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਦੀਆਂ ਸਿਰਫ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ। ਵਿਭਾਗ ਦੇ ਅਨੁਸਾਰ ਅਜਿਹੇ ਵਿਦਿਆਰਥੀਆਂ ਨੂੰ ਪ੍ਰਵੇਸ਼ ਦੀ ਆਗਿਆ ਨਹੀਂ ਹੋਵੇਗੀ, ਜਾਂ ਉਹ ਜਿਹੜੇ ਅਜੇ ਅਮਰੀਕਾ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਨੂੰ ਅਮਰੀਕਾ ਛੱਡ ਕੇ ਵਾਪਸ ਆਪਣੇ ਦੇਸ਼ ਜਾਣਾ ਪਵੇਗਾ। ਉਹਨਾਂ ਕਿਹਾ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ। ਓਨਟਾਰੀਓ ਦੀ ਵਿਰੋਧੀ ਧਿਰ ਦੀ ਲੀਡਰ ਐਂਡਰੀਆ ਹਾਰਵੈਥ ਵੱਲੋਂ ਲੌਂਗ ਟਰਮ ਕੇਅਰ ਹੋਮਸ ਵਿੱਚ COVID-19 ਦੇ ਕਾਰਨ ਹੋਈਆਂ ਮੌਤਾਂ ਦਾ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਦੱਸਿਆ ਹੈ ਕਿ ਪ੍ਰਾਈਵੇਟ ਲੌਂਗ ਟਰਮ ਕੇਅਰ ਚਲਾਉਣ ਵਾਲੇ ਗਰੁੱਪ ਸਿਰਫ ਆਪਣੇ ਪ੍ਰੋਫਿਟ ਤੇ ਧਿਆਨ ਕੇਂਦਰਿਤ ਰੱਖਦੇ ਨਹੀਂ। ਉਹਨਾਂ ਕਿਹਾ ਹੈ ਕਿ ਬਹੁਤ ਸੀਨੀਅਰਸ ਦੀ ਮੌਤ ਹੋਈ ਹੈ ਅਤੇ ਇਸ ਜੰਗ ਨੂੰ ਜਿੱਤਣ ਦੇ ਲਈ ਅਸੀਂ ਬਹੁਤ ਕੁਝ ਖੋ ਵੀ ਦਿੱਤਾ ਹੈ। Ontarians believe in taking care of one another. The COVID-19 pandemic has put this core value on display in a lot of ways. But it has felt like there are two separate COVID-19 pandemics. The one in our communities where we all work together to stop the spread, and the one that tore through our long-term care homes across the province. More than 1,800 of the 2,650 people who lost their lives to COVID-19 in Ontario were long-term care residents. There are lives yet to be saved, and we're all incredibly grateful to the healthcare workers fighting tirelessly to do just that. But we will never look back and believe that we won this battle. We've already lost far too much. Each of us here tonight knows there were major cracks in long-term care long before the COVID-19 pandemic started. Over the years, I've heard and shared disturbing, shameful stories from the front lines of Ontario's long-term care system. Seniors hospitalized for dehydration and malnourishment because their care home didn't have enough staff to help them eat and drink. Residents ignored in their beds for days, developing horrifying bed sores. Frontline workers pleading with governments for decades for more staff, more support, and more funding. Family members having to ask, how did mom break her hip? How did she fall? Why was she alone? So like everyone who read the Canadian Armed Forces report on Ontario's long-term care homes, I was horrified. I was saddened. I was outraged, but I can't say that I was surprised. I'm so thankful to the courageous members of our armed forces for shining a light on the crisis, but it's far from new. For a generation, home care and long-term care in Ontario has been getting worse. In the 1990s, Premier Mike Harris opened the floodgates, allowing private for-profit corporations to start making money on long-term care in Ontario. ਨਿਊਜ਼ੀਲੈਂਡ ਦੀ ਫੌਜ ਵਿੱਚ ਨਵੇਂ ਸ਼ਾਮਲ ਕੀਤੇ ਗਏ ਲੋਕਾਂ ਲਈ ਪਾਸਿੰਗ ਆਊਟ ਪਰੇਡ ਦੌਰਾਨ ਇੱਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਨਵੇਂ ਸਿਪਾਹੀਆਂ ਵਿੱਚ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਇੱਕ 23 ਸਾਲਾਂ ਦਾ ਗੋਰਾ ਨੌਜਵਾਨ ਸੀ, ਜਿਸ ਨੇ ਹਰੇ ਰੰਗ ਦੀ ਪੱਗ ਬੰਨੀ ਹੋਈ ਸੀ। ਇਸ ਗੋਰੇ ਨੌਜਵਾਨ ਦਾ ਨਾਮ ਲੂਈ ਸਿੰਘ ਖਾਲਸਾ ਹੈ, ਜਿਸ ਨੇ ਕਿ ਅੰਮ੍ਰਿਤ ਛਕਿਆ ਹੋਇਆ ਹੈ। ਉਸ ਦਾ ਅੰਗਰੇਜ਼ੀ ਵਿੱਚ ਨਾਮ ਲੋਇਜ਼ ਟਾਲਬੋਟ ਹੈ। ਇਸ ਗੋਰੇ ਲੜਕੇ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ। ਉਸਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕਿਆ ਤੇ ਫਿਰ ਨਿਊਜ਼ੀਲੈਂਡ ਦੀ ਸੈਨਾ ਵਿੱਚ ਭਰਤੀ ਹੋਇਆ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਤੇ ਨਵੀਂ ਪੀੜ੍ਹੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਜੋੜਨ ਦੇ ਲਈ ਕਈ ਸ਼ਖਸੀਅਤਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁਖੀ ਬਾਠ ਵੀ ਇੱਕ ਨੇ। ਸੁਖੀ ਬਾਠ ਵੱਲੋਂ ਪੰਜਾਬੀ ਭਾਈਚਾਰੇ ਤੇ ਪੰਜਾਬੀ ਭਾਸ਼ਾ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਿਤ ਕਰਨ ਦੇ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਕਰੋਨਾ ਮਹਾਮਾਰੀ ਦੇ ਸਾਹਿਤਕ ਸਮਾਗਮਾਂ ਤੇ ਵੀ ਅਸਰ ਪਿਆ ਹੈ, ਪਰ ਹੁਣ ਕਰੋਨਾ ਮਹਾਮਾਰੀ ਦਾ ਕਹਿਰ ਕੱਟਣ ਦੇ ਨਾਲ ਸੁਖੀ ਬਾਠ ਨੇ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਮੁੜ ਤੋਂ ਸਾਹਿਤਕ ਸਮਾਗਮ ਆਰੰਭ ਕਰਨ ਦਾ ਫੈਸਲਾ ਕੀਤਾ ਹੈ। ਸੁਖੀ ਬਾਠ ਨੇ ਕਿਹਾ ਕਿ ਜੇਕਰ ਕੋਈ ਵੀ ਸਾਹਿਤ ਸਮਾਗਮ ਦਾ ਆਯੋਜਨ ਪੰਜਾਬ ਭਵਨ ਸਰੀ ਵਿਖੇ ਕਰਵਾਉਣਾ ਚਾਹੁੰਦਾ ਹੈ ਤਾਂ ਉਹਨਾਂ ਨਾਲ ਤੇ ਉਹਨਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਓਨਟਾਰੀਓ ਦੇ ਲੇਬਰ ਮਿਨਿਸਟਰ ਦਾ ਕਹਿਣਾ ਹੈ ਕਿ ਵਰਕਰਾਂ ਦੀ ਸੁਰੱਖਿਆ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। 500 ਨਵੇਂ ਇੰਸਪੈਕਟਰ ਨਿਯੁਕਤ ਕੀਤੇ ਗਏ ਨੇ ਤਾਂ ਜੋ ਚੈਕਿੰਗ ਕਰਕੇ ਵਰਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰੀਮੀਅਰ ਡਗ ਫੋਰਡ ਵੱਲੋਂ PPE ਕਿੱਟਾਂ ਦੀ ਪਿਛਲੇ ਸਮੇਂ ਵਿੱਚ ਰਹੀ ਕਮੀ, ਖਾਸ ਕਰਕੇ ਲੌਂਗ ਟਰਮ ਕੇਅਰ ਹੋਮਸ ਵਿੱਚੋਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰੀਮੀਅਰ ਨੇ ਦਾਅਵਾ ਕੀਤਾ ਹੈ ਕਿ ਮੇਡ ਓਨਟਾਰੀਓ ਅਪਰੋਚ ਅਪਣਾਈ ਗਈ ਹੈ ਤਾਂ ਜੋ ਅੱਗੇ ਤੋਂ ਅਜਿਹੀ ਸਮੱਸਿਆ ਨਾ ਸਾਹਮਣੇ ਆਵੇ।
Well, thanks so much for that question. I can tell you that the business community has really stepped up to protect the health and safety of their workers and the public at large. Our ministry is working every single day, communicating the guidelines to businesses to help them out during this difficult time and lots of change happening because of the global pandemic. We have increased the number of inspectors to 500. I'm proud to say that they're working hard. They're helping protect the health and safety of workers in Ontario, and we have inspected 13,000 workplaces right across the province to help improve safety for workers. Well, we'll be coming out with that sometime very, very shortly. I just want to make sure we have the right folks and the right person leading this. I want to be fully transparent. Not only are we doing a commission, we have the Auditor General doing it, along with a wide range from the Coroner's Office, the Ombudsman, a whole group of different independent folks will be looking at this. And the goal is to come up with solutions to make sure this never happens again. I could sit here and tell you the reason all day long that this has been neglected for decades. But what does that do? We want action rather than cheap talk. Everyone up there talk. Let's get some action done. We're doing everything we can to put in the proper protocols and procedures to make sure this doesn't happen again. We've supplied enough PPE to each and every long-term care home, and we'll never face this problem again because we aren't going to rely on foreign governments to cut us off like they did before. We have manufacturing that's going to be up and rolling in the next couple of months with large suppliers of face masks, I should say, and face shields and hand sanitizer. So we're going to have the Made in Ontario approach, which we won't face this problem again with PPE. So I'm looking forward to it because I need to make sure that we have the proper systems in place to protect the most vulnerable people in our province. ਰਣਧੀਰ ਕੁਮਾਰ ਜੈਸਵਾਲ ਨੂੰ ਨਿਊਯਾਰਕ ਵਿੱਚ ਭਾਰਤ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ। ਰਣਧੀਰ ਕੁਮਾਰ ਜੈਸਵਾਲ ਮੌਜੂਦਾ ਸਮੇਂ ਭਾਰਤ ਦੇ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ ਸਮਾਜਿਕ ਸਕੱਤਰ ਨੇ। ਉਹਨਾਂ ਦੇ 3 ਹਫ਼ਤਿਆਂ ਵਿੱਚ ਇਹ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਬੀਤੇ ਦਿਨ ਨਿਊਯਾਰਕ ਤੋਂ ਸੰਦੀਪ ਚੱਕਰਵਰਤੀ ਕੌਂਸਲਰ ਨੂੰ ਨਵੀਂ ਦਿੱਲੀ ਵਿਖੇ ਤਬਦੀਲ ਹੋਣ ਤੋਂ ਬਾਅਦ ਹੁਣ ਰਣਧੀਰ ਕੁਮਾਰ ਜੈਸਵਾਲ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਰਣਧੀਰ ਕੁਮਾਰ ਜੈਸਵਾਲ 1998 ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਅਤੇ ਰਾਸ਼ਟਰਪਤੀ ਭਵਨ ਦੇ ਵਿਦੇਸ਼ੀ ਮਾਮਲਿਆਂ ਦੇ ਦਫ਼ਤਰ ਦੀ ਅਗਵਾਈ ਕਰਦੇ ਨੇ ਅਤੇ ਰਾਸ਼ਟਰਪਤੀ ਨੂੰ ਭਾਰਤ ਦੀ ਵਿਦੇਸ਼ੀ ਨੀਤੀ ਬਾਰੇ ਵੀ ਸਲਾਹ ਦਿੰਦੇ ਨੇ। चीफ मैडिकल अधिकारी डॉक्टर थ्रेसा ने कहा है कि कोई भी वैक्सीन 100% नतीजे नहीं देगी। उन्होंने कहा है कि जागरूकता की जा रही है कि वैक्सीन संबंधी गलत जानकारियां ते लोग भरोसा ना करन। डॉक्टर थ्रेसा मुताबक क्रेडिबिलिटी चैक करनी और अथॉरिटी बारे जानना भी जरूरी है। So the key is the coordination on the ground with the local public health department as well, because they will have much more insight into the actual facilities, etc. But yes, absolutely, the idea is that any players coming in a, let's say, a cohort or a bubble quarantine situation has strict protocols to mitigate risk. Nothing is 100% safe. There are rare side effects for any vaccine or treatment. So these need to be explained and discussed with between the health provider and the vaccinees. But I think the antidote to misinformation is providing credible sources of information, which we will strive to do. But it is something that we need to plan for right now. I think ahead of any vaccine, we're not saying for sure a vaccine would be available, but that when it does, we would have prepared or pre-stockpiled approaches and preventive measures even against misinformation and disinformation. One thing that we feel is important is for everyone to actually understand where the information comes from, to ask questions about those, to get digitally educated, as well as understanding that there are information that's simply not correct and that there are bots and all sorts of things at play. So really learn how to be media and digitally literate, I think,
as well as being science and vaccine literate. ਕੈਨੇਡਾ ਦੇ ਕਿਊਬਿਕ ਸੂਬੇ ਦੇ ਸਿਹਤ ਮੰਤਰੀ ਕ੍ਰਿਸਟੀਅਨ ਨੇ ਠੇਕਿਆਂ ਤੇ ਨਾਈਟ ਕਲੱਬਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਰਕਾਰ ਠੇਕਿਆਂ ਤੇ ਕਲੱਬਾਂ ਨੂੰ ਬੰਦ ਕਰਨ ਵਿੱਚ ਬਿਲਕੁਲ ਵੀ ਦੇਰ ਨਹੀਂ ਕਰੇਗੀ। ਦੱਸ ਦਈਏ ਕਿ ਕੈਨੇਡਾ ਦਾ ਕਿਊਬਿਕ ਸੂਬਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸ ਦੇ ਲਈ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਦੇ ਆਦੇਸ਼ ਦਿੱਤੇ ਗਏ ਨੇ। ਸਿਹਤ ਮੰਤਰੀ ਨੇ ਕਿਹਾ ਹੈ ਕਿ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਪੁਲਿਸ ਇਹਨਾਂ ਥਾਵਾਂ ਤੇ ਗਸ਼ਤ ਦੀ ਵਧਾਈ ਜਾਵੇਗੀ। ਜੇਕਰ ਨਿਯਮਾਂ ਦੀ ਪਾਲਣਾ ਨਾ ਹੁੰਦੀ ਹੋਈ ਤਾਂ ਗਾਹਕਾਂ ਤੇ ਥਾਵਾਂ ਤੇ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਅੱਜ ਦੀ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਯਾਨੀ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।